जन्म मरण दुख जाए। दर्शन परसिया गुरु कै जन्म मरण दुख जाए। सतनाम वाहिगुरु साहिब जी। गौड़ी की बार महला चौथा। इक ओंकार सतगुर प्रसाद। सलोक महला चौथा। सतगुर पुरख दयाल है, जिसनो समत सब कोई। सतगुर पुरख दयाल है, जिसनो समत सब कोई। एक दृष्ट कर देखदा, मन भावनी ते सिद्ध होए। सतगुर विच अमृत है, हर उत्तम हर पद सोए। नानक कृपा ते हर पत्याई है, गुरमुख पावै कोय। महला चौथा। हਉ मैं माया सब विख है, नित जग तोटा संसार। लाहा हर धन खटिया, गुरमुख शब्द विचार। हਉ मैं मैल विख उतरै, हर अमृत हर उर धार। सब कारज तिनके सिद्ध है, जिन गुरमुख कृपा धार। नानक जो तुर मिले से मिल रहे, हर मेले सिरजनहार। पौड़ी। तू सच्चा सैब सच है, सच सच्चा गोसाई। तुधनो सब ध्याए दी, सब लगै तेरी पाई। तेरी सिफत सुहालियो स्वरूप है, जिन कीती तिस पार लगाई। गुरमुखा नो फल पाएदा, सच नाम समाई। बड़े मेरे साहिबा, बड़ी तेरी वडियाई। गुरमुखा नो फल पाएदा, सच नाम समाई। बड़े मेरे साहिबा, बड़ी तेरी वडियाई। वाहिगुरु जी का खालसा, वाहिगुरु जी की फतेह। जुगो जुग अटल। चबर तख्त दे मालक, लोक परलोक दे राखे। जाहरा जहूर हाजरा हजूर, सरब कला भरपूर। जागदी जोत धन धन साहिब श्री गुरु ग्रंथ साहिब महाराज जी। साहिब श्री गुरु ग्रंथ साहिब महाराज जी का कोटान कोट शुकराना है कि गुरु ने बड़ी ही रहमत कृपा की है। संगतां नूं अमृत वेले दे खुले दर्शन दीदारे बख्शे हन। आओ अमृत वेले की संभाल करते हुए साहिब श्री गुरु ग्रंथ साहिब महाराज जी की पवित्र हजूरी दे अंदर गुरु ग्रंथ साहिब महाराज जी के दर्शन दीदारे करते हुए गुरु दरबार के अंदर हाजरियां भरते हुए मन बिरतियां नूं एकागर करते हुए अपने मनुखा जन्म नूं सफला करते हुए साहिब श्री गुरु ग्रंथ साहिब महाराज जी नूं शीश झुकाउंदे हुए सारी संगत गज के फतेह बुलाउणा करिए जी। वाहिगुरु जी का खालसा, वाहिगुरु जी की फतेह। साहिब श्री गुरु ग्रंथ साहिब महाराज जी की पवित्र बाणी गौड़ी की वार।
ਮਹੱਲਾ ਚੌਥਾ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਦੇ ਮੁਖ ਤੋਂ ਉਚਾਰਨ ਕੀਤੀ ਹੋਈ ਬਾਣੀ। ਗੌੜੀ ਥਿੱਤੀ ਦੀ ਸਮਾਪਤੀ ਤੋਂ ਬਾਅਦ, ਪਿੱਛੇ ਗੌੜੀ ਥਿੱਤੀ ਦੀ ਵਿਚਾਰ ਹੋ ਰਹੀ ਸੀ, ਥਿੱਤਾਂ ਬਾਰੇ। ਉਸ ਬਾਣੀ ਦੀ ਵਿਚਾਰ ਤੋਂ ਬਾਅਦ ਗੌੜੀ ਦੀ ਵਾਰ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਆਰੰਭ ਕਰਦੇ ਹਨ। ਵਾਰ ਨਾਮ ਪੌੜੀਆਂ ਦਾ ਹੈ। ਵਾਰ ਨਾਮ ਦੋ ਸੂਰਮਿਆਂ ਦੇ ਮੁਕਾਬਲਿਆਂ ਦਾ ਵੀ ਹੈ। ਸਤਿਗੁਰੂ ਜੀ ਨੇ ਸ਼ਲੋਕ ਤੇ ਮੁਹੱਲੇ ਰਲਾ ਕੇ ਲਿਖੀਆਂ ਹਨ। ਇਸ ਗੌੜੀ ਦੀ ਵਾਰ ਵਿੱਚ ਜਿੰਨੀਆਂ ਪੌੜੀਆਂ ਆਉਣਗੀਆਂ ਚੌਥੇ ਪਾਤਸ਼ਾਹ ਦੀਆਂ ਅਤੇ ਪੰਜਵੇਂ ਪਾਤਸ਼ਾਹ ਜੀ ਦੀ ਪੌੜੀ ਆਵੇਗੀ, ਉੱਥੇ ਮਹੱਲਾ ਪੰਜਵਾਂ, ਪੌੜੀ ਨਵੀਂ, ਮਹੱਲਾ ਪੰਜਵਾਂ, ਕੇਵਲ ਪੰਜਵੀਂ ਲਿਖਿਆ ਆਵੇਗਾ। ਉਹ ਪੰਜਵੇਂ ਪਾਤਸ਼ਾਹ ਜੀ ਦੀ ਪੌੜੀ ਸਮਝਣੀ ਹੈ, ਜਿਸ ਦੇ ਪਿੱਛੇ ਕੇਵਲ ਪੰਜ ਲਿਖਿਆ ਆਵੇਗਾ। ਉਹ ਵੀ ਪੰਜਵੇਂ ਪਾਤਸ਼ਾਹ ਦੀਆਂ ਪੌੜੀਆਂ ਹੋਣਗੀਆਂ। ਪੌੜੀਆਂ ਦੇ ਨਾਲ ਇਸ ਕਰਕੇ ਮਹੱਲੇ ਘੱਟ ਹੁੰਦੇ ਹਨ, ਕਿਉਂਕਿ ਜਿਸ ਪਾਤਸ਼ਾਹ ਜੀ ਦਾ ਪਹਿਲਾਂ ਵਾਰ ਦਾ ਮਹੱਲਾ ਹੈ, ਉਹ ਸਾਰੀਆਂ ਪੌੜੀਆਂ ਉਹਨਾਂ ਸਤਿਗੁਰਾਂ ਦੀਆਂ ਹੁੰਦੀਆਂ ਹਨ। ਇਸ ਵਾਰ ਵਿੱਚ ਸਤਿਗੁਰੂ ਰਾਮਦਾਸ ਮਹਾਰਾਜ ਜੀ ਨੇ ਕਥਨ ਕੀਤਾ ਹੈ ਕਿ ਜੋ ਆਦਮੀ ਪਿਛਲੀ ਨਿੰਦਿਆ ਦਾ ਪਛਚਾਤਾਪ ਕਰੇ। ਇਸ ਵਾਰ ਦੇ ਵਿੱਚ ਸਤਿਗੁਰਾਂ ਨੇ, ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਥਨ ਕੀਤਾ ਹੈ ਕਿ ਜੋ ਆਦਮੀ ਪਿਛਲੀ ਨਿੰਦਿਆ ਦਾ ਪਛਚਾਤਾਪ ਕਰੇਗਾ, ਜਿਸ ਨੇ ਪਹਿਲਾਂ ਨਿੰਦਿਆ ਕੀਤੀ ਹੈ ਕਿ ਮੈਂ ਜੋ ਨਿੰਦਿਆ ਕੀਤੀ ਹੈ ਬਹੁਤ ਮਾੜਾ ਹੋਇਆ ਹੈ ਮੇਰੇ ਕੋਲੋਂ, ਜਿਹੜਾ ਪਛਚਾਤਾਪ ਕਰੇਗਾ ਤੇ ਅੱਗੇ ਨੂੰ ਨਿੰਦਿਆ ਨਹੀਂ ਕਰੇਗਾ, ਜਿਹੜਾ ਮਹਾਰਾਜ ਜੀ ਦੇ ਅੱਗੇ ਆ ਕੇ ਅਰਦਾਸਾਂ ਬੇਨਤੀਆਂ ਕਰੇਗਾ ਕਿ ਮਹਾਰਾਜ ਪਹਿਲਾਂ ਜੋ ਮੈਂ ਨਿੰਦਿਆ ਕਰੀ ਹੈ ਗੁਰੂ ਘਰ ਦੀ, ਗੁਰੂ ਘਰ ਦੇ ਸੇਵਕਾਂ ਦੀ, ਨਾਮ ਜਪਣ ਵਾਲਿਆਂ ਦੀ, ਵੀ ਮੈਂ ਉਹ ਫੇਰ ਨਹੀਂ ਕਰਾਂਗਾ, ਮੇਰੇ ਪਾਪ ਬਖਸ਼ੇ ਜਾਣ। ਉਹ ਇਸ ਵਾਰ ਦੇ ਪਾਠ ਨੂੰ ਸ਼ਰਵਣ ਕਰੇ, ਅਰਥਾਂ ਨੂੰ ਸ਼ਰਵਣ ਕਰੇ, ਅਰਥਾਂ ਦੇ ਭਾਵ 'ਤੇ ਚੱਲੇ, ਜੋ ਅਰਥ ਕਹਿੰਦੇ ਹਨ ਉਹਨਾਂ 'ਤੇ ਚੱਲੇ, ਅਤੇ ਅੱਗੇ ਵਾਸਤੇ ਨੇਮ ਕਰੇ ਕਿ ਕਿਸੇ ਦੀ ਨਿੰਦਿਆ ਨਹੀਂ ਕਰਾਂਗਾ, ਉਸ ਦੇ ਪਾਪ ਉਤਰ ਜਾਣਗੇ। ਇਹ ਵਾਰ ਗੁਰੂ ਜੀ ਨੇ ਨਿੰਦਕਾਂ ਦੇ ਪਾਪ ਉਤਾਰਨ ਵਾਸਤੇ ਉਚਾਰਨ ਕੀਤੀ ਹੈ। ਸਿੱਖਾਂ ਨੇ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪਾਸ ਗੋਇੰਦਵਾਲ ਸਾਹਿਬ ਵਿੱਚ ਰਹਿੰਦਿਆਂ ਬੇਨਤੀ ਕੀਤੀ ਕਿ ਸਤਿਗੁਰੂ ਜੀ, ਗੁਰੂ ਅਮਰਦਾਸ ਜੀ ਦੇ ਨਾਲ ਮਰਵਾਹਿਆਂ ਨੇ ਬੜਾ ਵੈਰ ਕੀਤਾ, ਸਿੱਖਾਂ ਦੇ ਭਾਂਡੇ ਭੰਨ ਦਿਆ ਕਰਨ, ਬਿਆਸਾ 'ਚੋਂ ਪਾਣੀ ਨਾ ਭਰਨ ਦਿਆ ਕਰਨ, ਇੰਨਾ ਵੈਰ ਕਿਉਂ ਕਰਦੇ ਸਨ? ਉਹਨਾਂ ਦੇ ਵੈਰ ਦੇ ਬਦਲੇ ਸਤਿਗੁਰੂ ਜੀ ਇਸ ਪ੍ਰਕਾਰ ਵਰਤਦੇ ਹਨ। ਇਹ ਸੁਣ ਕੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਗੁਰੂ ਅਮਰਦਾਸ ਸਾਹਿਬ ਜੀ ਦਾ ਨਿਰਵੈਰ ਸੁਭਾਅ ਦੱਸਦੇ ਹਨ। ਗੁਰੂ ਰਾਮਦਾਸ ਮਹਾਰਾਜ ਜੀ ਬਾਣੀ ਦੇ ਅੰਦਰ ਗੁਰੂ ਅਮਰਦਾਸ ਮਹਾਰਾਜ ਜੀ ਦਾ ਨਿਰਵੈਰ, ਵੈਰ ਤੋਂ ਰਹਿਤ ਸੁਭਾਅ ਦੱਸਦੇ ਹਨ ਕਿ ਉਹਨਾਂ ਦਾ ਸੁਭਾਅ ਨਿਰਵੈਰ ਸੀ, ਕਿਸੇ ਨਾਲ ਵੈਰ ਨਹੀਂ ਕਰਦੇ ਸੀ। ਭਾਵੇਂ ਮਰਵਾਹੇ ਘੜੇ ਭੰਨ ਦਿੰਦੇ ਸਨ, ਪਾਣੀ ਭਰਨ ਨਹੀਂ ਦਿੰਦੇ ਸੀ, ਵੈਰ ਕਰਦੇ ਸੀ, ਫਿਰ ਵੀ ਗੁਰੂ ਅਮਰਦਾਸ ਮਹਾਰਾਜ ਜੀ ਵੈਰ ਤੋਂ ਰਹਿਤ ਸਨ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਇੱਕ ਅਦਵੈਤ ਰੂਪ ਪਰਮੇਸ਼ਰ, ਓੰ ਸਾਰਿਆਂ ਦਾ ਪ੍ਰਕਾਸ਼, ਜੋ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਸ਼ਲੋਕ ਮਹੱਲਾ ਚੌਥਾ। ਸਤਿਗੁਰ ਪੁਰਖ ਦਿਆਲ ਹੈ, ਜਿਸਨੋ ਸੰਮਤ ਸਭ ਕੋਏ। ਗੁਰੂ ਰਾਮਦਾਸ ਮਹਾਰਾਜ ਜੀ ਕਹਿਣ ਲੱਗੇ, ਹੈ ਭਾਈ,
ਸਤਿਗੁਰੂ ਸਾਹਿਬ ਸਤਿਗੁਰੂ ਅਮਰਦਾਸ ਮਹਾਰਾਜ ਜੀ ਦਾ ਸਰੂਪ ਵੀ ਦਿਆਲੂ ਪੁਰਖ ਹੈ। ਸਤਿਗੁਰ ਪੁਰਖ ਦਿਆਲ ਹੈ ਕਿ ਸਤਿਗੁਰੂ ਦਾ ਸਰੂਪ ਸ੍ਰੀ ਗੁਰੂ ਅਮਰਦਾਸ ਜੀ ਦਿਆਲੂ ਪੁਰਖ ਹਨ। ਜਿਸਨੋਂ ਸੰਮਤ ਸਭ ਕੋਏ, ਕਿ ਜਿਸਨੋਂ ਜਿਸ ਸਤਿਗੁਰਾਂ ਨੂੰ ਸਭ ਕੋਈ ਸੰਮਤ ਸਮਾਨ ਹੈ, ਕਿ ਸਭ ਨੂੰ ਇੱਕ ਬਰਾਬਰ ਸਮਝਦੇ ਹਨ ਕਿ ਉਹ ਗੁਰੂ ਅਮਰਦਾਸ ਮਹਾਰਾਜ ਜੀ ਦਿਆਲੂ ਪੁਰਖ ਹਨ, ਕਿ ਜਿਸ ਸਤਿਗੁਰਾਂ ਨੂੰ ਸਭ ਕੋਈ ਸੰਮਤ ਸਮਾਨ ਸਮਝਦੇ ਹਨ। ਏਕ ਦ੍ਰਿਸ਼ਟ ਕਰ ਦੇਖਦਾ ਮਨ ਭਾਵਨੀ ਤੇ ਸਿੱਧ ਹੋਏ। ਗੁਰੂ ਸਾਹਿਬ ਜੀ ਤਾਂ ਇੱਕ ਬ੍ਰਹਮ ਦ੍ਰਿਸ਼ਟੀ ਕਰਕੇ ਹੀ ਸਾਰਿਆਂ ਨੂੰ ਦੇਖਦੇ ਹਨ। ਗੁਰੂ ਰਾਮਦਾਸ ਮਹਾਰਾਜ ਜੀ ਕਹਿਣ ਲੱਗੇ ਕਿ ਗੁਰੂ ਅਮਰਦਾਸ ਮਹਾਰਾਜ ਜੀ ਤਾਂ ਇੱਕ ਬ੍ਰਹਮ ਦ੍ਰਿਸ਼ਟੀ ਕਰਕੇ ਹੀ ਸਾਰਿਆਂ ਨੂੰ ਦੇਖਦੇ ਹਨ, ਪਰ ਮਨ ਭਾਵਨੀ ਤੇ ਸਿੱਧ ਹੋਏ। ਪਰ ਮਨ ਹਿਰਦੇ ਦੀ ਚੰਗੀ ਮੰਦੀ ਭਾਵਨਾ ਸਰਦਾ ਤੋਂ ਹੀ ਫਲ ਪ੍ਰਾਪਤ ਹੁੰਦਾ ਹੈ, ਕਿ ਈਰਖਾ ਵਾਲੀ ਭਾਵਨਾ ਅਨੁਸਾਰ ਉਹੋ ਜਿਹਾ ਫਲ ਮਿਲਦਾ ਹੈ ਜਿਹੇ ਜੀ ਈਰਖਾ ਦੀ ਭਾਵਨਾ ਹੁੰਦੀ ਹੈ, ਅਤੇ ਈਰਖਾ ਦੀ ਭਾਵਨਾ ਅਨੁਸਾਰ ਉਹੋ ਜਿਹਾ ਫਲ ਮਿਲਦਾ ਹੈ। ਅਤੇ ਸਰਦਾ ਵਾਲੀ ਭਾਵਨਾ ਅਨੁਸਾਰ ਗਿਆਨ ਰੂਪੀ ਫਲ ਦੀ ਪ੍ਰਾਪਤੀ ਹੁੰਦੀ ਹੈ। ਸਤਿਗੁਰ ਵਿੱਚ ਅੰਮ੍ਰਿਤ ਹੈ, ਹਰ ਉੱਤਮ ਹਰ ਪਦ ਸੋਏ। ਗੁਰੂ ਰਾਮਦਾਸ ਮਹਾਰਾਜ ਜੀ ਕਹਿਣ ਲੱਗੇ ਕਿ ਸਤਿਗੁਰੂ ਸ੍ਰੀ ਅਮਰਦਾਸ ਮਹਾਰਾਜ ਜੀ ਦੇ ਹਿਰਦੇ ਅੰਦਰ ਵਾਹਿਗੁਰੂ ਦਾ ਅੰਮ੍ਰਿਤ ਮ੍ਰਿਤੂ ਤੋਂ ਰਹਿਤ ਕਰਨ ਵਾਲਾ ਨਾਮ ਹੈ। ਹਰ ਉੱਤਮ ਹਰ ਪਦ ਸੋਏ, ਉਹ ਹਰੀ ਵਾਹਿਗੁਰੂ ਨਾਮ ਕਰਕੇ ਹਰੀ ਵਾਹਿਗੁਰੂ ਦੀ ਉੱਤਮ ਸ਼੍ਰੇਸ਼ਟ ਪਦਵੀ ਪ੍ਰਾਪਤ ਹੁੰਦੀ ਹੈ। ਸਤਿਗੁਰ ਵਿੱਚ ਅੰਮ੍ਰਿਤ ਹੈ, ਹਰ ਉੱਤਮ ਹਰ ਪਦ ਸੋਏ। ਸਤਿਗੁਰੂ ਜੀ ਦੇ ਹਿਰਦੇ ਵਿੱਚ ਵਾਹਿਗੁਰੂ ਦਾ ਮ੍ਰਿਤੂ ਤੋਂ ਰਹਿਤ ਕਰਨ ਵਾਲਾ ਨਾਮ ਹੈ। ਉਸ ਹਰੀ ਨਾਮ ਕਰਕੇ, ਹਰੀ ਵਾਹਿਗੁਰੂ ਦੇ ਨਾਮ ਕਰਕੇ ਹਰੀ ਵਾਹਿਗੁਰੂ ਦੀ ਸ਼੍ਰੇਸ਼ਟ ਪਦਵੀ ਪ੍ਰਾਪਤ ਹੁੰਦੀ ਹੈ। ਸਤਿਗੁਰਾਂ ਵਿੱਚ ਅੰਮ੍ਰਿਤ ਨਾਮ ਹੈ, ਸਰਦਾ ਰੂਪ ਅੰਮ੍ਰਿਤ ਹੈ, ਅਤੇ ਅੰਮ੍ਰਿਤ ਗਿਆਨ ਹੈ। ਜਿਸ ਸਿੱਖ ਨੇ ਗੁਰੂ ਸਾਹਿਬ ਜੀ 'ਤੇ ਭਾਵਨਾ ਕੀਤੀ ਹੈ, ਉਸ ਨੂੰ ਹਰੀ ਵਾਹਿਗੁਰੂ ਜੋ ਸਾਰਿਆਂ ਤੋਂ ਉੱਤਮ ਸ਼੍ਰੇਸ਼ਟ ਹੈ, ਉਸ ਹਰੀ ਵਾਹਿਗੁਰੂ ਦੀ ਤੁਰੀਆ ਪਦ ਰੂਪੀ ਪਦਵੀ ਪ੍ਰਾਪਤ ਹੁੰਦੀ ਹੈ। ਨਾਨਕ ਕਿਰਪਾ ਤੇ ਹਰ ਧਿਆਈਐ, ਗੁਰਮੁਖ ਪਾਵੈ ਕੋਇ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਕਥਨ ਕਰਦੇ ਹਨ ਕਿ ਗੁਰੂ ਸਾਹਿਬ ਜੀ ਦੀ ਕਿਰਪਾ ਤੋਂ ਹੀ, ਗੁਰੂ ਅਮਰਦਾਸ ਮਹਾਰਾਜ ਜੀ ਦੀ ਕਿਰਪਾ ਤੋਂ ਹੀ ਹਰੀ ਵਾਹਿਗੁਰੂ ਦਾ ਨਾਮ ਧਿਆਇਆ ਜਾਂਦਾ ਹੈ। ਪਰ ਕੋਈ ਬਿਰਲਾ ਗੁਰਮੁਖ ਜਨ ਹੀ ਗੁਰ ਕਿਰਪਾ ਤੇ ਗੁਰੂ ਦੀ ਕਿਰਪਾ ਨੂੰ ਪਾਉਣਾ ਕਰਦਾ ਹੈ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਗੁਰੂ ਸਾਹਿਬ ਜੀ ਦੀ ਕਿਰਪਾ ਤੋਂ ਹੀ ਹਰੀ ਵਾਹਿਗੁਰੂ ਦਾ ਨਾਮ ਧਿਆਇਆ ਜਾਂਦਾ ਹੈ, ਪਰ ਕੋਈ ਬਿਰਲਾ ਗੁਰਮੁਖ ਜਨ ਹੀ ਗੁਰੂ ਕਿਰਪਾ ਤੋਂ ਹੀ ਪਾਉਣਾ ਕਰਦਾ ਹੈ। ਮਹੱਲਾ ਚੌਥਾ। ਹਉਮੈ ਮਾਇਆ ਸਭ ਬਿਖ ਹੈ। ਮਹਾਰਾਜ ਜੀ ਅਗਲੇ ਪ੍ਰਕਰਨ ਦੇ ਅੰਦਰ ਸਮਝਾ ਰਹੇ ਹਨ, ਹਉਮੈ ਮਾਇਆ ਸਭ ਬਿਖ ਹੈ, ਵਿਉ ਹੈ, ਜ਼ਹਿਰ ਹੈ, ਕਿ ਦੇਹ ਦੀ ਹੰਗਤਾ ਮਾਇਆ ਆਦਿਕ ਸਭ ਬਿਖ ਜ਼ਹਿਰ ਰੂਪ ਹੈ। ਮਾਇਆ ਦੀ ਹੰਗਤਾ ਸਭ ਸ਼ਬਦ ਸਪਰਸ ਰੂਪ ਰਸ ਗੰਧ ਆਦਿਕ ਵਿਸ਼ਿਆਂ ਨੂੰ ਪੈਦਾ ਕਰਨ ਵਾਲੀ ਜ਼ਹਿਰ ਰੂਪ ਹੈ। ਇਸ ਕਰਕੇ ਨਿਤ ਜਗ ਤੋਟਾ ਸੰਸਾਰ, ਇਸ ਕਰਕੇ ਸੰਸਾਰ ਵਿੱਚ ਜਗਤ ਵਿੱਚ ਜੀਵਾਂ ਨੂੰ ਨਿਤਾ ਪ੍ਰਤੀ ਤੋਟਾ ਘਾਟਾ ਹੈ। ਜਦੋਂ ਇਹ ਦੇਹ ਦੀ ਹੰਗਤਾ ਕਰਦਾ ਹੈ, ਮਾਇਆ ਆਦਿਕ ਦਾ ਹੰਕਾਰ ਕਰਦਾ ਹੈ, ਇਹ ਜ਼ਹਿਰ ਰੂਪ ਹਨ। ਜਦੋਂ ਇਹ ਸੰਸਾਰ ਜਗਤ ਜੀਵਾਂ ਦੀ
ਨਿਤਾ ਪ੍ਰਾਤੀ ਘਾਟਾ ਹੀ ਹੈ, ਤੋਟਾ ਹੀ ਹੈ। ਭਾਵ ਜੀਵ ਜੰਮਣ ਮਰਨ ਦੇ ਘਾਟੇ ਵਿੱਚ ਪਏ ਰਹਿੰਦੇ ਹਨ ਜਦੋਂ ਹੰਕਾਰ ਦੇ ਵਿੱਚ ਰਹਿੰਦੇ ਹਨ ਅਤੇ ਮਾਇਆ ਦੇ ਵਿੱਚ ਲੁਭਾਏ ਮਾਨ ਰਹਿੰਦੇ ਹਨ। ਲਾਹਾ ਹਰ ਧਨ ਖੱਟਿਆ ਗੁਰਮੁਖ ਸ਼ਬਦ ਵਿਚਾਰ। ਜਿਨ੍ਹਾਂ ਗੁਰਮੁਖ ਜਨਾਂ ਨੇ ਗੁਰਾਂ ਦੇ ਸ਼ਬਦ, ਗੁਰਾਂ ਦੇ ਉਪਦੇਸ਼ ਦੀ ਵਿਚਾਰ ਕੀਤੀ ਹੈ, ਉਹਨਾਂ ਨੇ ਗੁਰਾਂ ਦੇ ਪਾਸੋਂ ਹਰੀ ਵਾਹਿਗੁਰੂ ਦਾ ਨਾਮ ਰੂਪੀ ਧਨ ਅਤੇ ਤਨ ਮਨ ਧਨ ਦੇ ਕੇ ਖੱਟਿਆ ਹੈ। ਤਨ ਮਨ ਧਨ ਸੌਂਪ ਗੁਰ ਕੋ ਹੁਕਮ ਮੰਨਿਆ ਭਾਈਐ। ਕਿ ਜਿਨ੍ਹਾਂ ਨੇ ਤਨ ਮਨ ਦੇ ਕੇ ਹੁਕਮ ਮੰਨਣਾ ਕੀਤਾ ਹੈ, ਉਹਨਾਂ ਨੂੰ ਵਾਹਿਗੁਰੂ ਦਾ ਨਾਮ ਰੂਪੀ ਧਨ ਪ੍ਰਾਪਤ ਹੁੰਦਾ ਹੈ। ਹਉਮੈ ਮੈਲ ਬਿਖ ਉਤਰੈ ਹਰ ਅੰਮ੍ਰਿਤ ਹਰ ਉਰ ਧਾਰ। ਗੁਰੂ ਰਾਮਦਾਸ ਮਹਾਰਾਜ ਜੀ ਕਹਿਣ ਲੱਗੇ ਹਉਮੈ ਮੈਲ ਬਿਖ ਉਤਰੈ, ਕਿ ਉਹਨਾਂ ਦੇ ਹਿਰਦੇ ਵਿੱਚੋਂ ਹੰਗਤਾ ਮਮਤਾ ਦੀ ਮੈਲ ਅਤੇ ਮਾਇਆ ਦੀ ਜ਼ਹਿਰ ਉਤਰੈ, ਲੈ ਜਾਂਦੀ ਹੈ। ਕਿਉਂਕਿ ਉਹ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦਾ ਅੰਮ੍ਰਿਤ ਨਾਮ ਹਿਰਦੇ ਵਿੱਚ ਧਾਰਨ ਭਾਵ ਵਸਾਉਣਾ ਕਰਦੇ ਹਨ। ਜੋ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਪਰਮੇਸ਼ਰ ਹੈ, ਪਰਮੇਸ਼ਰ ਦਾ ਅੰਮ੍ਰਿਤ ਨਾਮ ਜਿਹੜੇ ਹਿਰਦੇ ਵਿੱਚ ਵਸਾਉਣਾ ਕਰਦੇ ਹਨ, ਉਹਨਾਂ ਦੇ ਹਿਰਦੇ ਵਿੱਚੋਂ ਹੰਗਤਾ ਮਮਤਾ ਦੀ ਮੈਲ, ਮਾਇਆ ਦੀ ਜ਼ਹਿਰ ਲੈ ਜਾਂਦੀ ਹੈ। ਸਭ ਕਾਰਜ ਤਿਨ ਕੇ ਸਿੱਧ ਹੈ। ਮਹਾਰਾਜ ਜੀ ਕਹਿਣ ਲੱਗੇ ਕਿ ਉਹਨਾਂ ਦੇ ਲੋਕ ਪਰਲੋਕ ਦੇ ਪਰਮਾਰਥ ਦੇ ਵਿਵਹਾਰਕ ਆਦਿਕ ਸਾਰੇ ਕਾਰਜ ਕੰਮ ਸੰਪੂਰਨ ਹੋਏ ਹਨ। ਜਿਨ ਗੁਰਮੁਖ ਕਿਰਪਾ ਧਾਰ। ਜਿਨ੍ਹਾਂ ਨੇ ਮੁਖੀ ਗੁਰਾਂ, ਜਿਨ੍ਹਾਂ ਤੇ ਮੁਖੀ ਗੁਰਾਂ ਨੇ ਕਿਰਪਾ ਧਾਰਨ ਕੀਤੀ ਹੈ, ਜਿਨ੍ਹਾਂ ਤੇ ਗੁਰਮੁਖ ਮੁਖੀ ਗੁਰਾਂ ਨੇ ਕਿਰਪਾ ਧਾਰਨ ਕੀਤੀ ਹੈ, ਉਹਨਾਂ ਦੇ ਲੋਕ ਪਰਲੋਕ ਦੇ ਪਰਮਾਰਥ ਦੇ ਵਿਵਹਾਰਕ ਆਦਿਕ ਸਾਰੇ ਕਾਰਜ ਕੰਮ ਸੰਪੂਰਨ ਹੋਏ ਹਨ। ਅੱਗੇ ਮਹਾਰਾਜ ਜੀ ਸਮਝਾ ਰਹੇ ਹਨ, ਨਾਨਕ ਜੋ ਧੁਰ ਮਿਲੇ ਸੇ ਮਿਲ ਰਹੇ, ਹਰ ਮੇਲੇ ਸਿਰਜਣਹਾਰ। ਗੁਰੂ ਰਾਮਦਾਸ ਮਹਾਰਾਜ ਜੀ ਕਥਨ ਕਰਦੇ ਹਨ ਕਿ ਜਿਹੜੇ ਆਦਿ ਤੋਂ ਭਾਵ ਜਨਮ ਤੋਂ ਗੁਰਾਂ ਨਾਲ ਨਿਸ਼ਕਾਮ ਕਰਮਾਂ ਕਰਕੇ ਮਿਲੇ ਹਨ, ਉਹ ਹੀ ਨਾਮ ਨਾਲ ਮਿਲ ਰਹੇ ਹਨ ਅਤੇ ਹਰ ਮੇਲੇ ਸਿਰਜਣਹਾਰ ਹਰੀ ਵਾਹਿਗੁਰੂ ਸਿਰਜਣਹਾਰ ਰਚਨਹਾਰ ਨੇ ਉਹਨਾਂ ਨੂੰ ਆਪਣੇ ਸਰੂਪ ਦੇ ਨਾਲ ਮਿਲਾਉਣਾ ਕੀਤਾ ਹੈ। ਜਿਹੜੇ ਆਦਿ ਤੋਂ ਲੈ ਕੇ ਮੁੱਢ ਤੋਂ ਲੈ ਕੇ ਭਾਵ ਜਨਮ ਤੋਂ ਗੁਰਾਂ ਦੇ ਨਾਲ ਨਿਸ਼ਕਾਮ ਕਰਮਾਂ ਕਰਕੇ ਮਿਲੇ ਹਨ, ਕੋਈ ਕਾਮਨਾ ਨਹੀਂ ਰੱਖੀ, ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਜਿਹੜੇ ਮਿਲੇ ਹਨ, ਉਹ ਹੀ ਨਾਮ ਨਾਲ ਮਿਲ ਰਹੇ ਹਨ ਅਤੇ ਹਰੀ ਵਾਹਿਗੁਰੂ ਸਿਰਜਣਹਾਰ ਰਚਨਹਾਰ ਨੇ ਉਹਨਾਂ ਨੂੰ ਆਪਣੇ ਸਰੂਪ ਦੇ ਨਾਲ ਮਿਲਾਉਣਾ ਕੀਤਾ ਹੈ। ਪੌੜੀ ਤੂੰ ਸੱਚਾ ਸਾਹਿਬ ਸੱਚ ਹੈ, ਸੱਚ ਸੱਚਾ ਗੋਸਾਈ। ਮਹਾਰਾਜ ਜੀ ਕਹਿਣ ਲੱਗੇ, ਹੇ ਪਰਮੇਸ਼ਰ, ਤੂੰ ਸੱਚਾ ਮਾਲਕ ਪਿੱਛੇ ਵੀ ਸੀ, ਹੁਣ ਵੀ ਵਰਤਮਾਨ ਸਮੇਂ ਵਿੱਚ ਸੱਚ ਸਰੂਪ ਹੈ ਅਤੇ ਸੱਚ ਸੱਚਾ ਗੋਸਾਈ। ਹੇ ਗੋਸਾਈ ਪ੍ਰਿਥਵੀ ਦੇ ਸਾਈਂ, ਅੱਗੇ ਨੂੰ ਵੀ ਨਿਸ਼ਚੇ ਕਰਕੇ ਭਵਿੱਖਤ ਕਾਲ ਵਿੱਚ ਸੱਚਾ ਸਰੂਪ ਹੋਵੇਗਾ। ਤੁਧਨੋਂ ਸਭ ਧਿਆਏ ਦੀ, ਸਭ ਲੱਗਾ ਤੇਰੀ ਪਾਈ। ਹੇ ਅੰਤਰਜਾਮੀ, ਤੁਧਨੋਂ ਤੁਹਾਨੂੰ ਸਾਰੀ ਸ੍ਰਿਸ਼ਟੀ ਧਿਆਉਂਦੀ ਹੈ। ਤੁਧਨੋਂ ਸਭ ਧਿਆਏ ਦੀ, ਹੇ ਅੰਤਰਜਾਮੀ ਅੰਦਰ ਦੀ ਜਾਣਨ ਵਾਲੇ ਵਾਹਿਗੁਰੂ, ਤੁਹਾਨੂੰ ਸਾਰੀ ਸ੍ਰਿਸ਼ਟੀ ਧਿਆਉਂਦੀ ਹੈ ਅਤੇ ਸਭ ਲੱਗਾ ਤੇਰੀ ਭਾਈ, ਅਤੇ ਸਾਰੀ ਸ੍ਰਿਸ਼ਟੀ ਤੇਰੀ ਪਾਈ ਚਰਨੀ ਲੱਗਦੀ ਹੈ। ਤੇਰੀ ਸਿਫਤ ਸਵਾਲਿਓ ਸਰੂਪ। ਹੇ ਸੱਚੇ ਪਾਤਸ਼ਾਹ ਜੀ, ਤੁਹਾਡੀ ਵਡਿਆਈ, ਤੁਹਾਡੀ ਸਿਫਤ
ਬੜੀ ਸੁਆਲਿਓ ਸੁੰਦਰ ਸਰੂਪ ਵਾਲੀ ਹੈ। ਤੁਹਾਡੀ ਸਿਫਤ ਉਸਤਤੀ ਭਗਤੀ ਕਰਨੀ ਬੜੀ ਸਲਾਹੁਣੇ ਯੋਗ ਹੈ ਤੇ ਸਰੂਪ ਦੀ ਪ੍ਰਾਪਤੀ ਕਰਾਉਣ ਵਾਲੀ ਹੈ। ਜਿਨ ਕੀਤੀ ਤਿਸ ਪਾਰ ਲੰਘਾਈ, ਜਿਸ ਨੇ ਵੀ ਗੁਰਾਂ ਦੁਆਰਾ ਉਸਤਤੀ ਕੀਤੀ ਹੈ ਪਰਮੇਸ਼ਰ ਦੀ, ਉਸ ਨੂੰ ਤੂੰ ਹੇ ਪਰਮੇਸ਼ਰ ਸੰਸਾਰ ਸਮੁੰਦਰ ਤੋਂ ਪਾਰ ਲੰਘਾਉਣਾ ਕਰਦਾ ਹੈ। ਗੁਰਮੁਖਾਂ ਨੂੰ ਫਲ ਪਾਏਂਦਾ ਸੱਚ ਨਾਮ ਸਮਾਈ। ਹੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ, ਗੁਰਮੁਖ ਜਨਾਂ ਨੂੰ ਬ੍ਰਹਮ ਗਿਆਨ ਰੂਪੀ ਫਲ ਪ੍ਰਾਪਤ ਕਰਵਾ ਕੇ ਉਹਨਾਂ ਦੀ ਬਿਰਤੀ ਨੂੰ ਸੱਚ ਨਾਮ ਸਮਾਈ, ਸੱਚੇ ਨਾਮ ਵਿੱਚ ਅਭੇਦ ਕਰ ਦਿੰਦਾ ਹੈ। ਗੁਰਮੁਖਾਂ ਨੂੰ ਫਲ ਪਾਏਂਦਾ ਸੱਚ ਨਾਮ ਸਮਾਈ। ਹੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ, ਗੁਰਮੁਖ ਜਨਾਂ ਨੂੰ ਬ੍ਰਹਮ ਗਿਆਨ ਰੂਪੀ ਫਲ ਪ੍ਰਾਪਤ ਕਰਵਾ ਕੇ ਉਹਨਾਂ ਦੀ ਬਿਰਤੀ ਨੂੰ ਸੱਚੇ ਨਾਮ ਦੇ ਵਿੱਚ ਸਮਾ ਦਿੰਦਾ ਹੈ, ਅਭੇਦ ਕਰ ਦਿੰਦਾ ਹੈ। ਵੱਡੇ ਮੇਰੇ ਸਾਹਿਬਾ ਵੱਡੀ ਤੇਰੀ ਵਡਿਆਈ। ਹੇ ਮੇਰੇ ਵੱਡੇ ਮਾਲਕਾ, ਤੁਹਾਡੀ ਵਡਿਆਈ, ਤੁਹਾਡੀ ਮਹਿਮਾ ਸਭ ਤੋਂ ਵੱਡੀ ਹੈ। ਭਾਵ ਆਪ ਜੀ ਦੇ ਤੁਲ ਕਿਸੇ ਦੀ ਵਡਿਆਈ ਨਹੀਂ ਹੋ ਸਕਦੀ। ਹੇ ਪਰਮੇਸ਼ਰ, ਤੁਹਾਡੀ ਵਡਿਆਈ ਸਭ ਤੋਂ ਵੱਡੀ ਹੈ। ਸਲੋਕ ਮਹੱਲਾ ਚੌਥਾ। ਬਿਨ ਨਾਵੈ ਹੋਰ ਸਲਾਹਣਾ, ਸਭ ਬੋਲਣ ਫਿੱਕਾ ਸਾਧ। ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਕਥਨ ਕਰਦੇ ਹਨ ਕਿ ਹੇ ਗੁਰਸਿੱਖੋ, ਹਰੀ ਵਾਹਿਗੁਰੂ ਦੇ ਨਾਮ ਤੋਂ ਬਿਨ ਬਗੈਰ ਹੋਰ ਕਿਸੇ ਦੇਵੀ ਦੇਵਤੇ ਦੀ ਸਲਾਹਣਾ ਸਿਫਤ ਕਰਨੀ ਜਾਂ ਮੈਕੀ ਪਦਾਰਥਾਂ ਨੂੰ ਸਲਾਹੁਣਾ, ਸਾਰਾ ਜੋ ਬੇਰਸੀ ਦਾ ਬੋਲਣਾ ਹੈ, ਇਹ ਫਿੱਕਾ, ਇਹ ਰੁੱਖਾ ਸਵਾਦ ਹੈ। ਬਿਨ ਨਾਵੈ ਹੋਰ ਬੋਲਣਾ, ਸਭ ਬੋਲਣ ਫਿੱਕਾ ਸਾਧ। ਕਿ ਗੁਰੂ ਰਾਮਦਾਸ ਮਹਾਰਾਜ ਜੀ ਕਥਨ ਕਰਦੇ ਹਨ, ਹੇ ਗੁਰਸਿੱਖੋ, ਹਰੀ ਵਾਹਿਗੁਰੂ ਦੇ ਨਾਮ ਤੋਂ ਬਗੈਰ ਹੋਰ ਕਿਸੇ ਦੇਵੀ ਦੇਵਤੇ ਦੀ ਸਿਫਤ ਕਰਨੀ ਜਾਂ ਮੈਕੀ ਪਦਾਰਥਾਂ ਨੂੰ ਸਲਾਹੁਣਾ, ਸਾਰਾ ਜੋ ਬੇਰਸੀ ਦਾ ਬੋਲਣਾ ਹੈ, ਇਹ ਫਿੱਕਾ ਰੁੱਖਾ ਸਵਾਦ ਹੀ ਹੈ। ਮਨਮੁਖ ਅਹੰਕਾਰ ਸਲਾਹੁੰਦੇ, ਹਉਮੈ ਮਮਤਾਵਾਦ। ਮਨਮੁਖ ਲੋਕ ਆਪਣੇ ਹੰਕਾਰ ਦੀ ਹੀ ਸਿਫਤ ਕਰਦੇ ਹਨ। ਹੰਕਾਰ ਦੇ ਸਹਿਤ ਹੋਣ ਕਰਕੇ ਮਨਮੁਖ, ਆਪਣੇ ਮਨ ਦੇ ਪਿੱਛੇ ਚੱਲਣ ਵਾਲੇ, ਕਿ ਆਪਣੇ ਮਨਮੁਖ ਲੋਕ ਆਪਣੀ ਹੀ ਸਿਫਤ ਕਰਦੇ ਹਨ। ਉਹ ਅੰਤ ਨੂੰ ਸੇ ਮਰਹੇ, ਉਹ ਅੰਤ ਨੂੰ ਮਰ ਜਾਂਦੇ ਹਨ। ਖੱਪ ਜਾਵੈ ਸਭ ਅਪਵਾਦ। ਕਿ ਜੋ ਗੁਰੂ ਘਰ ਦੀ ਨਿੰਦਿਆ ਕਰਨ ਵਾਲੇ ਸਨ, ਉਹ ਸਾਰੇ ਅਪਵਾਦ, ਖੋਟੀ ਨਿੰਦਿਆ ਭਾਵ ਖੋਟਾ ਝਗੜਾ ਕਰਨ ਵਾਲੇ, ਖਾਪਤ ਭਾਵ ਨਾਸ ਹੋ ਜਾਂਦੇ ਹਨ। ਜਿਨ ਸਲਾਹਨ ਸੇ ਮਰੇ, ਖੱਪ ਜਾਵੈ ਸਭ ਅਪਵਾਦ। ਮਨਮੁਖ ਅਹੰਕਾਰ ਸਲਾਹਦੇ, ਹਉਮੈ ਮਮਤਾਵਾਦ। ਕਿ ਮਨਮੁਖ ਲੋਕ ਆਪਣੇ ਹੰਕਾਰ ਦੀ ਹੀ ਸਿਫਤ ਕਰਦੇ ਹਨ। ਮਨਮੁਖ ਲੋਕ ਹੰਕਾਰੀਆਂ ਦੀ ਹੀ ਸਿਫਤ ਕਰਦੇ ਹਨ, ਜਿਸ ਕਰਕੇ ਦੇਹ ਦੀ ਹਉਮੈ, ਪਦਾਰਥਾਂ ਦੀ ਮਮਤਾ, ਅਪਣੰਤ ਤੇ ਝਗੜੇ ਬਣੇ ਰਹਿੰਦੇ ਹਨ। ਜਿਨ ਸਲਾਹਨ ਸੇ ਮਰੇ, ਜਿਨ੍ਹਾਂ ਹੰਕਾਰੀਆਂ ਦੀ ਮਨਮੁਖ ਲੋਕ ਸਲਾਹਨ ਸਿਫਤ ਕਰਦੇ ਹਨ, ਉਹ ਅੰਤ ਨੂੰ ਮਰ ਜਾਂਦੇ ਹਨ। ਖੱਪ ਜਾਵੈ ਅਪਵਾਦ। ਅਤੇ ਗੁਰੂ ਘਰ ਦੀ ਨਿੰਦਿਆ ਕਰਨ ਵਾਲੇ, ਉਹ ਸਾਰੇ ਅਪਵਾਦ, ਖੋਟੀ ਨਿੰਦਿਆ ਭਾਵ ਖੋਟਾ ਝਗੜਾ ਕਰਨ ਵਾਲੇ, ਖਾਪਤ ਭਾਵ ਨਾਸ ਹੋ ਜਾਂਦੇ ਹਨ। ਜਨ ਨਾਨਕ ਗੁਰਮੁਖ ਉਬਰੇ, ਜਾਪ ਹਰ ਹਰ ਪਰਮਾਨਾਦ।
ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਕਥਨ ਕਰਦੇ ਹਨ ਕਿ ਉਹ ਗੁਰਮੁਖ ਜਨ ਸੰਸਾਰ ਸਮੁੰਦਰ ਤੋਂ ਉਭਰੇ ਤਰ ਗਏ ਹਨ, ਜਿਨ੍ਹਾਂ ਨੇ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਤੇ ਪਰਮਾਨੰਦ ਵੱਡੇ ਆਨੰਦ ਨੂੰ ਦੇਣ ਵਾਲੇ ਪਰਮ ਆਨੰਦ ਸਰੂਪ ਪਰਮੇਸ਼ਰ ਦੇ ਨਾਮ ਨੂੰ ਜਪਿਆ ਹੈ ਕਿ ਉਹ ਗੁਰਮੁਖ ਜਨ ਸੰਸਾਰ ਸਮੁੰਦਰ ਤੋਂ ਤਰ ਗਏ ਹਨ। ਮਹੱਲਾ ਚੌਥਾ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਕਥਨ ਕਰਦੇ ਹਨ, ਸਤਿਗੁਰ ਹਰਿ ਪ੍ਰਭ ਦਸ ਨਾਮ ਧਿਆਈ ਮਨ ਹਰੀ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ, ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ, ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕਰੀਏ ਕਿ ਸਾਨੂੰ ਜੋ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਪ੍ਰਭੂ ਹਰੀ ਵਾਹਿਗੁਰੂ ਹੈ, ਉਸ ਦੇ ਨਾਮ ਦੀ ਦਸ ਪਾਉਣਾ ਕਰੋ। ਸਤਿਗੁਰ ਹਰਿ ਪ੍ਰਭ ਦਸ ਕਿ ਹੇ ਸਤਿਗੁਰੂ ਜੀ, ਸਾਨੂੰ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦੇ ਨਾਮ, ਪਰਮੇਸ਼ਰ ਦੀ ਵਾਹਿਗੁਰੂ ਦੀ ਦਸ ਪਾਉਣਾ ਕਰੋ, ਜਿਸ ਕਰਕੇ ਅਸੀਂ ਨਾਮ ਧਿਆਈ ਮਨ ਹਰੀ, ਜਿਸ ਕਰਕੇ ਹਰੀ ਵਾਹਿਗੁਰੂ ਦੇ ਨਾਮ ਨੂੰ ਹਿਰਦੇ ਵਿੱਚ ਧਿਆਉਣ ਵਾਲੇ ਹੋਈਏ। ਨਾਨਕ ਨਾਮ ਪਵਿੱਤ ਹਰ ਮੁਖ ਬੋਲੀ, ਸਭ ਦੁੱਖ ਪਰ ਹਰੀ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹਰੀ ਵਾਹਿਗੁਰੂ ਦਾ ਨਾਮ ਪਵਿੱਤਰ ਹੈ ਅਤੇ ਹਰ ਮੁਖ ਬੋਲੀ, ਹਰੀ ਵਾਹਿਗੁਰੂ ਦੇ ਨਾਮ ਨੂੰ ਮੁੱਖ ਮੂੰਹ ਦੇ ਨਾਲ ਬੋਲਣਾ ਕਰਕੇ ਸਭ ਦੁੱਖ ਪਰ ਹਰੀ, ਸਾਰੇ ਪਾਪ ਤੇ ਦੁੱਖ ਵਿਸ਼ੇਸ਼ ਕਰਕੇ ਦੂਰ ਹੋ ਜਾਂਦੇ ਹਨ। ਪੌੜੀ ਦੇ ਅੰਦਰ ਮਹਾਰਾਜ ਜੀ ਅੱਗੇ ਸਮਝਾ ਰਹੇ ਹਨ, ਤੂੰ ਆਪੇ ਆਪ ਨਿਰੰਕਾਰ ਹੈ, ਨਿਰੰਜਨ ਹਰ ਰਾਇਆ। ਹੇ ਰਾਇਆ, ਰਾਜਾ ਸਰੂਪ ਨਿਰੰਜਨ ਮਾਇਆ ਕਾਲਕ ਤੋਂ ਰਹਿਤ ਪਰਮੇਸ਼ਰ, ਸਾਰਿਆਂ ਵਿੱਚ ਤੂੰ ਆਪਣੀ ਜੋਤ ਨੂੰ ਸਖਿਆਤਤਾ ਕਰਨ ਵਾਲਾ ਹੈ। ਆਪ ਹੀ ਜੀਵ ਈਸ਼ ਦੇ ਅੰਦਰ ਨਿਰੰਜਨ ਨਿਰਾਕਾਰ ਸਰੂਪ ਹੈ। ਜਿਨੀ ਤੂੰ ਇੱਕ ਮਨ ਧਿਆਇਆ, ਜਿਨ੍ਹਾਂ ਨੇ ਇੱਕ ਮਨ ਹੋ ਕੇ ਤੈਨੂੰ ਤੇਰੇ ਸੱਚੇ ਨਾਮ ਨੂੰ ਧਿਆਉਣਾ ਕੀਤਾ ਹੈ, ਤਿਨ ਕਾ ਸਭ ਦੁੱਖ ਗਵਾਇਆ। ਤਿਨ ਉਹਨਾਂ ਦਾ ਜੰਮਣ ਮਰਨ ਦਾ ਦੁੱਖ ਗਵਾ ਦਿੱਤਾ ਹੈ। ਤੇਰਾ ਸ਼ਰੀਕ ਕੋ ਨਾਹੀ, ਜਿਸ ਨੂੰ ਲਵੈ ਲਾਏ ਸੁਣਾਇਆ। ਕਿ ਹੇ ਵਾਹਿਗੁਰੂ, ਤੁਹਾਡਾ ਕੋਈ ਵੀ ਸ਼ਰੀਕ ਨਹੀਂ, ਭਾਵ ਸ਼ਰੀਕਾ ਕਰਨ ਵਾਲਾ ਨਹੀਂ, ਜਿਸ ਨੂੰ ਤੇਰਾ ਲਵੈ, ਤੇਰਾ ਬਰਾਬਰ, ਤੇਰੇ ਸਦਰਸ ਲਾ ਕੇ ਸੁਣਾ ਦੇਈਏ, ਭਾਵ ਤੇਰੇ ਬਰਾਬਰ ਦਾ ਹੋਰ ਕੋਈ ਹੈ ਹੀ ਨਹੀਂ। ਭਾਵ ਤੇਰੇ ਜੈਸਾ ਪਾਤਸ਼ਾਹ ਕੋਈ ਹੋਵੇ ਜਾਂ ਤੇਰੀ ਵਡਿਆਈ ਵਾਲਾ ਹੋਵੇ, ਕੋਈ ਤੇਰੇ ਤੁਲ ਤੇਰੇ ਬਰਾਬਰ ਹੋਵੇ ਕੋਈ ਹੈ ਹੀ ਨਹੀਂ। ਤੂੰ ਆਪ ਹੀ ਇੱਕ ਅਦਵੈਤ ਸਰੂਪ ਹੈ। ਤੁਧ ਜੀਵੜ ਦਾਤਾ ਤੂੰ ਹੈ ਨਿਰੰਜਨਾ, ਤੂੰ ਹੈ ਸੱਚ ਮੇਰਾ ਮਨ ਭਾਇਆ। ਤੁਧ ਜੀਵੜ ਦਾਤਾ ਤੂੰ ਹੈ ਨਿਰੰਜਨਾ, ਤੂੰ ਹੈ ਸੱਚ ਮੇਰਾ ਮਨ ਭਾਇਆ। ਹੇ ਨਿਰੰਜਨਾ, ਮਾਇਆ ਕਾਲਕ ਤੋਂ ਰਹਿਤ ਸੁੱਧ ਸਰੂਪ ਪਰਮੇਸ਼ਰ, ਤੁਹਾਡੇ ਜਿੱਡਾ ਵੱਡਾ ਦਾਤਾ ਕੇਵਲ ਤੂੰ ਆਪ ਹੀ ਹੈ। ਇਸ ਕਰਕੇ ਹੇ ਸੱਚੇ ਪਰਮੇਸ਼ਰ, ਤੂੰ ਹੀ ਮੇਰੇ ਹਿਰਦੇ ਨੂੰ ਚੰਗਾ ਲੱਗਿਆ ਹੈ। ਸੱਚੇ ਮੇਰੇ ਸਾਹਿਬਾ, ਸੱਚੇ ਸੱਚ ਨਾਇਆ। ਹੇ ਮੇਰੇ ਸੱਚੇ ਪਾਤਸ਼ਾਹ ਮਾਲਕ ਅਕਾਲ ਪੁਰਖ, ਨਿਸ਼ਚੇ ਕਰਕੇ ਤੁਹਾਡਾ ਨਾਇਆ ਨਾਮ ਹੀ ਸੱਚਾ ਹੈ। ਜਿਹੜੇ ਤੇਰੇ ਨਾਮ ਨੂੰ ਜਪਦੇ ਹਨ ਉਹ ਵੀ ਸੱਚੇ ਹੀ ਹੋ ਜਾਂਦੇ ਹਨ। ਸਲੋਕ ਮਹੱਲਾ ਚੌਥਾ। ਮਨ ਅੰਤਰ ਹਉਮੈ ਰੋਗ ਹੈ, ਭ੍ਰਮ ਭੂਲੇ ਮਨ ਮੁਖ ਦੁਰਜਨਾ।
ਨਾਨਕ ਰੋਗ ਗਵਾਏ ਮਿਲ ਸਤਿਗੁਰ ਸਾਧੂ ਸੱਜਣਾ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਸ਼ਲੋਕ ਦੇ ਅੰਦਰ ਉਚਾਰਨ ਕਰਦੇ ਹਨ, ਬੜੇ ਹੀ ਵਿਸਥਾਰ ਦੇ ਨਾਲ ਸਮਝਾ ਰਹੇ ਹਨ। ਮਨ ਅੰਤਰ ਹਉਮੈ ਰੋਗ ਹੈ। ਜਿਨ੍ਹਾਂ ਦੇ ਮਨ, ਜਿਨ੍ਹਾਂ ਦੇ ਹਿਰਦੇ ਅੰਦਰ ਹੰਗਤਾ ਰੂਪੀ ਰੋਗ ਹੈ, ਹੰਕਾਰ ਰੂਪੀ ਰੋਗ ਹੈ। ਭ੍ਰਮ ਭੂਲੇ ਮਨਮੁਖ ਦੁਰਜਨਾ, ਉਹ ਮਨਮੁਖ ਦੁਰਜਨਾ ਖੋਟੇ ਪੁਰਸ਼ 5 ਪ੍ਰਕਾਰ ਦੇ ਭਰਮ ਵਿੱਚ ਭੁੱਲੇ ਫਿਰਦੇ ਹਨ। ਜਿਨ੍ਹਾਂ ਦੇ ਹਿਰਦੇ ਅੰਦਰ ਹੰਗਤਾ ਰੂਪੀ ਰੋਗ ਹੈ, ਹੰਕਾਰ ਰੂਪੀ ਰੋਗ ਹੈ, ਉਹ ਮਨਮੁਖ ਖੋਟੇ ਪੁਰਸ਼ 5 ਪ੍ਰਕਾਰ ਦੇ ਭਰਮ ਵਿੱਚ ਭੁੱਲੇ ਫਿਰਦੇ ਹਨ। ਨਾਨਕ ਰੋਗ ਗਵਾਏ ਮਿਲ ਸਤਿਗੁਰ ਸਾਧੂ ਸੱਜਣਾ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਸ੍ਰੇਸ਼ਟ ਸੱਜਣਾ ਸਤਿਗੁਰਾਂ ਨਾਲ ਮਿਲਾਪ ਕਰਕੇ ਹੰਗਤਾ ਮਮਤਾ ਦੇ ਰੋਗ ਨੂੰ ਗਵਾਉਣਾ ਕਰ। ਅੱਗੇ ਮਹਾਰਾਜ ਜੀ ਸਮਝਾ ਰਹੇ ਹਨ ਕਿ ਮਹੱਲਾ ਚੌਥਾ, ਮਨ ਤਨ ਰਤਾ ਰੰਗ ਸਿਉ ਗੁਰਮੁਖ ਹਰ ਗੁਣ ਤਾਸ। ਜਨ ਨਾਨਕ ਹਰ ਸਰਣਾਗਤੀ ਹਰ ਮੇਲੇ ਗੁਰ ਸਾਵਾਸ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਬਾਣੀ ਦੁਆਰਾ ਸਮਝਾਉਣਾ ਕਰਦੇ ਹਨ। ਮਾਨ ਤਨ ਰਤਾ ਰੰਗ ਸਿਉ, ਜਿਨ੍ਹਾਂ ਦਾ ਮਨ ਹਿਰਦਾ ਤਨ ਸਰੀਰ ਵਾਹਿਗੁਰੂ ਦੇ ਪ੍ਰੇਮ ਦੇ ਨਾਲ ਰੰਗਿਆ ਹੈ, ਭਾਵ ਤਦਾਕਾਰ ਹੋਇਆ ਹੈ। ਗੁਰਮੁਖ ਹਰ ਗੁਣਤਾਸ, ਉਹ ਗੁਰਮੁਖ ਹਰੀ ਵਾਹਿਗੁਰੂ ਦੇ ਗੁਣਤਾਸ ਗੁਣਾਂ ਦੇ ਖਜ਼ਾਨੇ ਬਣੇ ਹਨ। ਉਹ ਹਰੀ ਦੇ ਗੁਣਾਂ ਦੇ ਪਾਤਰ ਅਧਿਕਾਰੀ ਬਣੇ ਹਨ। ਜਿਨ੍ਹਾਂ ਦਾ ਹਿਰਦਾ, ਜਿਨ੍ਹਾਂ ਦਾ ਮਨ ਤੇ ਤਨ ਸਰੀਰ ਵਾਹਿਗੁਰੂ ਦੇ ਪ੍ਰੇਮ ਦੇ ਨਾਲ ਰੰਗਿਆ ਹੈ, ਤਦਾਕਾਰ ਹੋਇਆ ਹੈ, ਉਹ ਗੁਰਮੁਖ ਹਰੀ ਵਾਹਿਗੁਰੂ ਦੇ ਗੁਣਤਾਸ ਗੁਣਾਂ ਦੇ ਖਜ਼ਾਨੇ ਬਣੇ ਹਨ। ਉਹ ਹਰੀ ਦੇ ਗੁਣਾਂ ਦੇ ਪਾਤਰ ਅਧਿਕਾਰੀ ਬਣੇ ਹਨ। ਜਨ ਨਾਨਕ ਹਰ ਸਰਣਾਗਤੀ ਹਰ ਮੇਲੇ ਗੁਰ ਸਾਵਾਸ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜੋ ਗੁਰਮੁਖ ਜਨ ਹਰੀ ਅਕਾਲ ਪੁਰਖ ਵਾਹਿਗੁਰੂ ਦੀ ਸਰਨਾਗਤੀ ਸਰਨ ਵਿੱਚ ਆਏ ਹਨ, ਓਟ ਵਿੱਚ ਆਏ ਹਨ, ਉਹਨਾਂ ਨੂੰ ਗੁਰੂ ਸਾਹਿਬ ਜੀ ਨੇ ਹਰੀ ਵਾਹਿਗੁਰੂ ਦੇ ਨਾਲ ਮੇਲ ਦਿੱਤਾ ਹੈ। ਉਹ ਧਨਤਾ ਦੇ ਯੋਗ ਹਨ। ਜਿਨ੍ਹਾਂ ਨੂੰ ਗੁਰੂ ਨੇ ਪਰਮੇਸ਼ਰ ਦੇ ਨਾਲ ਜੋੜ ਦਿੱਤਾ ਹੈ, ਉਹ ਸਵਾਸ ਧਨਤਾ ਦੇ ਯੋਗ ਹਨ। ਹਰੀ ਵਾਹਿਗੁਰੂ ਦੇ ਨਾਲ ਮੇਲਣੇ ਵਾਲੇ ਸੱਚੇ ਸਤਿਗੁਰੂ ਜੀ ਹਨ। ਸੱਚੇ ਸਤਿਗੁਰਾਂ ਦਾ ਸਵਾਸ ਹੈ, ਧੰਨਵਾਦ ਹੈ। ਪੌੜੀ ਦੇ ਅੰਦਰ ਮਹਾਰਾਜ ਜੀ ਕਥਨ ਕਰਦੇ ਹਨ, ਤੂੰ ਕਰਤਾ ਪੁਰਖ ਅਗੰਮ ਹੈ, ਕਿਸ ਨਾਲ ਤੂੰ ਬੜੀਐ। ਇਹ ਸੱਚੇ ਪਾਤਸ਼ਾਹ, ਤੂੰ ਹੀ ਸਾਰੇ ਜਗਤ ਦਾ ਕਰਤਾ ਭਾਵ ਰਚਣ ਵਾਲਾ ਹੈ, ਇਸ ਸ੍ਰਿਸ਼ਟੀ ਦੀ ਰਚਨਾ ਕਰਨ ਵਾਲਾ ਹੈ। ਸਾਰਿਆਂ ਥਾਵਾਂ ਵਿੱਚ ਪੁਰਖ ਪੂਰਨ ਹੈ, ਅਗੰਮ ਗੰਮਤਾ ਤੋਂ ਰਹਿਤ ਹੈ। ਕਿਸ ਨਾਲ ਤੂੰ ਬੜੀਐ, ਤੈਨੂੰ ਕਿਸ ਕਿਹਦੇ ਨਾਲ ਬੜੀਐ ਵਡਿਆਈਏ, ਤੂੰ ਸਭ ਤੋਂ ਵੱਡਾ ਹੈ। ਤੁਧ ਜੇਵੜ ਹੋਏ ਸੋ ਆਖੀਐ, ਜੇ ਤੁਹਾਡੇ ਜੇਵੜ ਜਿੱਡਾ ਵੱਡਾ ਹੋਰ ਕੋਈ ਹੋਵੇ ਸੋ ਆਖੀਐ, ਉਸ ਨੂੰ ਦ੍ਰਿਸ਼ਟਾਂਤ ਜਾਂ ਪ੍ਰਮਾਣ ਦੇ ਕੇ ਕਹਿ ਦੇਈਏ। ਤੇਰੇ ਵਰਗਾ ਤੂੰ ਹੀ ਵੇਦਾਂ ਸ਼ਾਸਤਰਾਂ ਵਿੱਚ ਪੜ੍ਹੀਦਾ ਹੈ, ਕੇਵਲ ਤੂੰ ਹੀ ਕਥਨ ਕੀਤਾ ਜਾ ਸਕਦਾ ਹੈ। ਜੈਸਾ ਤੂੰ ਤੈਸਾ ਤੂੰ ਹੀ, ਕਿਆ ਉਪਮਾ ਦੀਜੈ। ਕਿ ਹੇ ਪਰਮੇਸ਼ਰ, ਜਿਹੇ ਜਾ ਤੂੰ ਹੈ ਤੇ ਇਹ ਜਾ ਹੋਰ ਕੋਈ ਵੀ ਤੇਰੇ ਮੁਕਾਬਲੇ ਦਾ ਨਹੀਂ ਹੈ। ਤੂੰ ਘਟ ਘਟ ਇੱਕ ਵਰਤਦਾ, ਗੁਰਮੁਖ ਪਰ ਗੜੀਐ। ਹੇ ਪਰਮੇਸ਼ਰ, ਸਾਰਿਆਂ ਘਟਾਂ ਘਟਾਂ ਵਿੱਚ
ਇੱਕ ਤੂੰ ਹੀ ਵਰਤ ਰਿਹਾ ਹੈ। ਤੂੰ ਘਟ ਘਟ ਇੱਕ ਵਰਤਦਾ। हे ਪਰਮੇਸ਼ਰ, ਸਾਰਿਆਂ ਘਟਾਂ ਘਟਾਂ ਵਿੱਚ, ਸਾਰਿਆਂ ਹਿਰਦਿਆਂ ਦੇ ਵਿੱਚ ਇੱਕ ਤੂੰ ਹੀ ਵਰਤ ਰਿਹਾ ਹੈ। ਅਤੇ ਗੁਰਮੁਖ ਪ੍ਰਗੜੀਐ, ਗੁਰਮੁਖਾਂ ਦੇ ਹਿਰਦੇ ਅੰਦਰ ਵੀ ਤੂੰ ਆਪ ਹੀ ਪ੍ਰਗੜੀਐ ਪ੍ਰਗਟ ਹੁੰਦਾ ਹੈ। ਤੂੰ ਸੱਚਾ ਸਭ ਸਦਾ ਖਾਸਮ ਹੈ, ਸਭ ਦੂੰ ਤੂੰ ਚੜੀਐ। ਤੂੰ ਸੱਚਾ ਸਭ, ਤੂੰ ਸੱਚਾ ਸਭ ਸਭ ਸਦਾ, ਤੂੰ ਸੱਚਾ ਸਭ ਸਦਾ ਖਾਸਮ ਹੈ। हे ਪਰਮੇਸ਼ਰ, ਤੂੰ ਸੱਚਾ ਧਰੀ ਕਾਲ ਆਵਾਦ ਰੂਪ ਸਾਰਿਆਂ ਦਾ ਖਸਮ ਮਾਲਕ ਹੈ। ਅਤੇ ਤੂੰ ਹੀ ਸਾਰਿਆਂ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਪੀਰ ਪਕੰਬਰ ਅਵਤਾਰਾਂ ਆਦਿਕ ਤੋਂ ਚੜ੍ਹੀਐ ਚੜ੍ਹਦੀ ਕਲਾ ਵਾਲਾ ਹੈ। ਭਾਵ ਸਾਰਿਆਂ ਤੋਂ ਸ੍ਰੇਸ਼ਟ ਹੈ। ਤੂੰ ਕਰਹਿ ਸੋ ਸੱਚੇ ਹੋਏ ਸੀ, ਤਾਂ ਕੈਤ ਕੜੀਐ। हे ਸੱਚੇ ਪਾਤਸ਼ਾਹ, ਜੋ ਕੁਝ ਤੂੰ ਆਪ ਕਰਦਾ ਹੈ, ਪਿੱਛੇ ਹੁੰਦਾ ਸੀ ਹੁਣ ਵੀ ਹੋ ਰਿਹਾ ਹੈ, ਸੋ ਉਹ ਹੀ ਸੱਚੇ ਪਾਤਸ਼ਾਹ ਅੱਗੇ ਨੂੰ ਹੋਵੇਗਾ। ਤਾਂ ਫਿਰ ਕਾਇਤ ਕੜੀਐ, ਕਾਇਤ ਕਿਸ ਵਾਸਤੇ ਕੜੀਐ ਝੂਰਨਾ ਹੈ। ਜਦੋਂ हे ਸੱਚੇ ਪਾਤਸ਼ਾਹ, ਜੋ ਕੁਝ ਤੂੰ ਆਪ ਕਰਦਾ ਹੈ, ਪਿੱਛੇ ਹੁੰਦਾ ਸੀ ਹੁਣ ਵੀ ਹੋ ਰਿਹਾ ਹੈ, ਅੱਗੇ ਨੂੰ ਵੀ ਹੋਵੇਗਾ, ਫੇਰ ਕਿਸ ਵਾਸਤੇ ਝੂਰਨਾ ਹੈ। ਸਲੋਕ ਮਹੱਲਾ ਚੌਥਾ। ਮੈਂ ਮਨ ਤਨ ਪ੍ਰੇਮ ਪ੍ਰਮ ਕਾ, ਅੱਠੇ ਪਹਿਰ ਲਗਨ। ਗੁਰੂ ਰਾਮਦਾਸ ਮਹਾਰਾਜ ਜੀ ਕਥਨ ਕਰਦੇ ਹਨ ਕਿ ਮੇਰੇ ਹਿਰਦੇ ਤੇ ਸਰੀਰ ਵਿੱਚ ਬ੍ਰਹਮ ਪਰਮ ਪਰਮੇਸ਼ਰ ਦਾ ਪ੍ਰੇਮ ਅੱਠੇ ਪਹਿਰ ਲੱਗ ਰਿਹਾ ਹੈ। हे ਪਰਮੇਸ਼ਰ, ਤੇਰੇ ਦਰਸ਼ਨਾਂ ਦੀ ਲਾਗਨ ਲੱਗੀ ਰਹਿੰਦੀ ਹੈ। ਜਨ ਨਾਨਕ ਕਿਰਪਾ ਧਾਰ ਪ੍ਰਭ, ਸਤਿਗੁਰ ਸੁਖ ਬਸਨ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਸਮਝਾ ਰਹੇ ਹਨ ਕਿ हे ਹਰੀ ਵਾਹਿਗੁਰੂ ਜੀ, ਕਿਰਪਾ ਦ੍ਰਿਸ਼ਟੀ ਧਾਰਨ ਕਰੋ, ਸਤਿਗੁਰਾਂ ਨਾਲ ਮਿਲ ਕੇ ਤੇਰੇ ਸੁਖ ਸਰੂਪ ਵਿੱਚ ਬਸਣਾ ਕਰੀਏ। ਮਹੱਲਾ ਚੌਥਾ। ਜਿਨ ਅੰਦਰ ਪ੍ਰੀਤ ਪ੍ਰਮ ਕੀ, ਕਿ ਜਿਨ੍ਹਾਂ ਦੇ ਅੰਦਰ ਹਿਰਦੇ ਵਿੱਚ ਅਕਾਲ ਪੁਰਖ ਪਰਮੇਸ਼ਰ ਦੀ ਪ੍ਰੀਤੀ ਲੱਗੀ ਹੋਈ ਹੈ। ਜਿਉ ਬੋਲਣ ਤਿਵੈ ਸੁਹਾਨ, ਜਿਉ ਬੋਲਣ ਤਿਵੈ ਸੁਹਾਨ, ਕਿ ਉਹ ਜਿਵੇਂ ਸੁਤੇ ਸਿੱਧ ਬੋਲਦੇ ਹਨ, ਉਵੇਂ ਸੋਭਨੀਕ ਹੁੰਦੇ ਹਨ। ਭਾਵ ਸਜਦੇ ਹਨ। ਜਿਨ੍ਹਾਂ ਦੇ ਹਿਰਦੇ ਅੰਦਰ ਅਕਾਲ ਪੁਰਖ ਪਰਮੇਸ਼ਰ ਦੀ ਪ੍ਰੀਤੀ ਲੱਗੀ ਹੁੰਦੀ ਹੈ, ਜਿਵੇਂ ਉਹ ਸੁਤੇ ਸਿੱਧ ਬੋਲਦੇ ਹਨ, ਉਵੇਂ ਸੋਭਨੀਕ ਹੁੰਦੇ ਹਨ। ਭਾਵ ਸਜਦੇ ਹਨ। ਜੈਸਾ ਕਿ ਜੇ ਬਾਹਰੋਂ ਭੁੱਲ ਚੁੱਕ ਬੋਲਦੇ ਭੀ ਖਰੇ ਹਰ ਭਾਣੇ, ਉਹ ਬਾਹਰੋਂ ਵੀ ਜੇ ਭੁੱਲ ਚੁੱਕ ਬੋਲਦੇ ਹਨ, ਫਿਰ ਵੀ ਖਰੇ ਦਿਸਦੇ ਹਨ। ਜਿਸ ਪ੍ਰਕਾਰ ਸ੍ਰੀ ਅਨੰਦਪੁਰ ਸਾਹਿਬ ਕਲਗੀਧਰ ਪਾਤਸ਼ਾਹ ਜੀ ਦੇ ਪਾਸ ਇੱਕ ਮਾਈ ਨੇ ਆਪਣੇ 4 ਪੁੱਤਰ ਸਤਿਗੁਰਾਂ ਦੇ ਚਰਨਾਂ ਵਿੱਚ ਭੇਟਾ ਕੀਤੇ। 5ਵਾਂ ਪੁੱਤਰ ਲੈ ਕੇ ਕਲਗੀਧਰ ਜੀ ਦੇ ਪਾਸ ਆ ਕੇ ਕਹਿਣ ਲੱਗੀ ਕਿ ਇਹ ਵੀ ਮੇਰਾ ਪੁੱਤਰ ਸ਼ਹੀਦ ਹੋ ਜਾਵੇ। 4 ਸ਼ਹੀਦ ਹੋ ਗਏ, 5ਵਾਂ ਲੈ ਕੇ ਆਈ ਕਿ ਮਹਾਰਾਜ ਇਹ ਵੀ ਮੇਰਾ ਪੁੱਤਰ ਤੁਹਾਡੇ ਚਰਨਾਂ ਵਿੱਚ ਹੈ, ਇਹ ਵੀ ਸ਼ਹੀਦ ਹੋ ਜਾਵੇ। ਆਪ ਜੀ ਦੇ ਚਰਨਾਂ ਵਿੱਚ ਇਸ ਨੂੰ ਅਰਪਣ ਕਰਨ ਤਾਈਂ ਆਈ ਹਾਂ, ਸ਼ਹੀਦੀ ਪਾਵੇ ਤਾਂ ਮੈਂ ਆਪਣੀ ਕੁੱਖ ਸਫਲੀ ਸਮਝਾਂਗੀ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿਣ ਲੱਗੇ, ਮਾਤਾ ਗੁਰੂ ਘਰ ਨਾਲ ਬੜਾ ਪਿਆਰ ਹੈ। ਤਾਂ ਮਾਤਾ ਦੇ ਮੂੰਹੋਂ ਨਿਕਲਿਆ, ਤੁਸੀਂ ਦੀਨ ਮੈਂ ਦੀਨ ਦਿਆਲ, ਮੈਂ ਪਤਿਤ ਪਾਵਨ ਤੇ ਤੁਸੀਂ ਪਤਿਤ। ਇਹ ਲਫ਼ਜ਼ ਕਹੇ, ਉਲਟ ਲਫ਼ਜ਼ ਨਿਕਲ ਗਏ ਮਾਈ ਦੇ ਮੂੰਹੋਂ। ਜੋ ਕਹਿਣਾ ਸੀ ਕਿ ਤੁਸੀਂ ਦੀਨ, ਕਿ ਮੈਂ ਦੀਨ ਗਰੀਬ, ਤੁਸੀਂ ਦਿਆਲੂ,
ਤੇ ਮੈਂ ਪਾਤਤ ਪਾਪੀ, ਤੁਸੀਂ ਪਾਵਨ ਤਾਰਨ ਵਾਲੇ ਪਵਿੱਤਰ। ਤੇ ਇਹ ਉਲਟ ਸ਼ਬਦ ਨਿਕਲ ਗਏ ਮਾਈ ਦੇ ਮੂੰਹੋਂ। ਗੁਰੂ ਸਾਹਿਬ ਜੀ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹੱਸ ਪਏ। ਭਾਈ ਦਇਆ ਸਿੰਘ ਜੀ ਕੋਲ ਖੜੇ ਮਾਈ ਨੂੰ ਕਹਿਣ ਲੱਗੇ, ਇਉਂ ਨਾ ਕਹੋ ਮਾਈ, ਤੁਹਾਡੇ ਜੋ ਬਚਨ ਕਹੇ ਹਨ ਇਹ ਉਲਟ ਹਨ, ਇਉਂ ਨਾ ਕਹੋ। ਤੁਸੀਂ ਕਹੋ ਮਹਾਰਾਜ ਮੈਂ ਪਤਿਤ ਹਾਂ, ਤੁਸੀਂ ਪਤਿਤ ਪਾਵਨ ਹੋ, ਤੇ ਮੈਂ ਦੀਨ, ਤੇ ਤੁਸੀਂ ਦੀਨ ਦਿਆਲ ਹੋ। ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਭਾਈ ਦਇਆ ਸਿੰਘ ਅੰਦਰੋਂ ਮਾਈ ਇਸ ਤਰ੍ਹਾਂ ਹੀ ਕਹਿ ਰਹੀ ਹੈ, ਇਸ ਨੂੰ ਅਰਥ ਦਾ ਪਤਾ ਨਹੀਂ, ਇਸ ਕਰਕੇ ਇਹ ਜੋ ਕਹਿ ਰਹੀ ਹੈ ਅਸੀਂ ਠੀਕ ਹੀ ਸਮਝ ਲਿਆ ਹੈ। ਇਹ ਦੀਨ ਦਿਆਲ ਹੀ ਸਾਨੂੰ ਦੱਸ ਰਹੀ ਹੈ, ਪਤਿਤ ਪਾਵਨ ਵੀ ਸਾਨੂੰ ਦੱਸ ਰਹੀ ਹੈ। ਭਾਈ ਦਇਆ ਸਿੰਘ ਜੀ ਨੇ ਸੁਣ ਕੇ ਸਮਝ ਕੀਤੀ ਕਿ ਮਾਤਾ ਦੇ ਪ੍ਰੇਮ ਨੂੰ ਗੁਰੂ ਸਾਹਿਬ ਜੀ ਨੇ ਪਰਖ ਲਿਆ ਹੈ। ਇਸੇ ਪ੍ਰਕਾਰ ਇੱਕ ਭਗਤ ਸੀ, ਉਹ ਪ੍ਰੇਮ ਨਾਲ ਭਗਤੀ ਕਰਦਾ ਸੀ, ਉਸ ਦਾ ਨਾਮ ਟਿੱਡਾ ਭਗਤ ਸੀ। ਤੇ ਇੱਕ ਹੋਰ ਨੇਜਾ ਭਗਤ ਸੀ। ਨੇਜੇ ਭਗਤ ਨੂੰ ਉਸ ਟਿੱਡੇ ਭਗਤ ਨੇ ਉਪਦੇਸ਼ ਦਿੱਤਾ ਕਿ ਆਖੋ ਓਮ ਦਾ ਜਾਪ ਕਰਿਆ ਕਰ। ਆਖਿਆ ਕਿ ਓਮ ਦਾ ਜਾਪ ਕਰਿਆ ਕਰ। ਉਸ ਨੂੰ ਓਮ ਦਾ ਜਾਪ ਭੁੱਲ ਗਿਆ। ਉਸ ਦੇ ਥਾਂ ਆੜ ਬੰਦ ਨਾਮ ਚੇਤੇ ਆ ਗਿਆ। ਆੜ ਬੰਦ ਕਹਿਣ ਲੱਗ ਗਿਆ। ਆੜ ਬੰਦ ਜਦੋਂ ਜਪਣ ਲੱਗਿਆ, ਭਗਵਾਨ ਵਿਸ਼ਨੂੰ ਬੈਠੇ ਹੱਸ ਪਏ। ਲਕਸ਼ਮੀ ਕਹਿਣ ਲੱਗੀ, ਹੱਸੇ ਕਿਉਂ ਹੋ? ਭਗਵਾਨ ਜੀ ਕਹਿਣ ਲੱਗੇ, ਮੇਰੇ ਭਗਤ ਨੇ ਮੇਰਾ ਨਵਾਂ ਹੀ ਨਾਮ ਪ੍ਰਗਟ ਕਰ ਦਿੱਤਾ ਹੈ। ਲక్ష్ਮੀ ਕਹਿਣ ਲੱਗੀ, ਮੈਨੂੰ ਦਰਸ਼ਨ ਕਰਾਓ ਭਗਤ ਦੇ। ਕਹਿੰਦੇ ਚੰਗਾ, ਤੈਨੂੰ ਲੈ ਚੱਲਦੇ ਹਾਂ। ਆ ਕੇ ਨੀਵੇਂ ਢੱਠੇ ਜਿਹੇ ਖੂਹ 'ਤੇ ਬੈਠ ਗਏ। ਨੇਜਾ ਭਗਤ ਅੱਕਿਆ ਹੋਇਆ ਆੜ ਬੰਦ ਕਹੀ ਜਾਂਦਾ ਸੀ। ਲక్ష్ਮੀ ਕਹਿਣ ਲੱਗੀ, ਕਿਸ ਦਾ ਜਾਪ ਕਰਦਾ ਹੈ? ਨੇਜਾ ਭਗਤ ਕਹਿਣ ਲੱਗਾ, ਤੇਰੇ ਖਸਮ ਦਾ। ਕਹਿੰਦੀ ਬੋਲਦਾ ਤਾਂ ਸੱਚ ਹੈ। ਫਿਰ ਲక్ష్ਮੀ ਕਹਿਣ ਲੱਗੀ, ਉਹ ਕਹਿੰਦੀ ਕਿੱਥੇ ਹੈ? ਕਹਿਣ ਲੱਗਾ, ਢੱਠੇ ਖੂਹ ਵਿੱਚ। ਭਗਵਾਨ ਪਹਿਲਾਂ ਹੀ ਖੂਹ 'ਤੇ ਬੈਠੇ ਸਨ। ਕਹਿੰਦੀ ਭਗਤ ਤਾਂ ਅੰਤਰਜਾਮੀ ਹੈ। ਕਹਿੰਦੇ ਐਵੇਂ ਤਾਂ ਨਹੀਂ ਸਾਡਾ ਨਵਾਂ ਨਾਂ ਪ੍ਰਗਟ ਕੀਤਾ। ਜੇ ਅੰਤਰਜਾਮੀ ਹਨ ਤਾਂ ਹੀ ਨਵਾਂ ਨਾਂ ਪ੍ਰਗਟ ਕੀਤਾ ਹੈ। ਇਸ ਪ੍ਰਕਾਰ ਆੜ ਬੰਦ ਅੜੀ ਨੂੰ ਜੋ ਬੰਦ ਕਰਨ ਵਾਲਾ ਪਰਮੇਸ਼ਰ ਹੈ। ਅੜੀ ਨੂੰ ਜੋ ਬੰਦ ਕਰਨ ਵਾਲਾ ਪਰਮੇਸ਼ਰ ਹੈ। ਅੜੀਆਂ ਤੋੜ ਕੇ ਨਿਮਰਤਾ ਦੁਆਰਾ ਲੱਜਾ ਰੱਖਣ ਵਾਲਾ ਜੋ ਪਰਮੇਸ਼ਰ ਹੈ। ਇਉਂ ਜਿਵੇਂ ਭਗਤ ਜਨ ਪ੍ਰੇਮ ਦੇ ਨਾਲ ਉਚਾਰਦੇ ਹਨ, ਉਸੇ ਤਰ੍ਹਾਂ ਸੋਹੰਦੇ ਹਨ। ਇਸੇ ਪ੍ਰਕਾਰ ਕਿ ਇੱਕ ਰਾਮਾਨੰਦ ਦਾ ਸੇਵਕ ਸੀ। ਜਦੋਂ ਰਾਮਾਨੰਦ ਸੋਚਾਚਾਰ ਚੱਲੇ, ਰਾਮਾਨੰਦ ਜਦੋਂ ਚੇਲਿਆਂ ਤੋਂ ਰਹਿਤ ਹੋ ਕੇ ਗੜਬੀ ਤੇ ਤੂੰਬੀ ਲੈ ਕੇ ਚੱਲੇ, ਤਾਂ ਇੱਕ ਚੇਲਾ ਕਹਿਣ ਲੱਗਿਆ, ਜੀ ਮੈਨੂੰ ਉਪਦੇਸ਼ ਦਿਓ। ਰਾਮਾਨੰਦ ਨੂੰ ਕਹਿਣ ਲੱਗਾ, ਮੈਨੂੰ ਉਪਦੇਸ਼ ਦਿਓ। ਤੇ ਰਾਮਾਨੰਦ ਨੇ ਕਿਹਾ, ਭੱਜ ਜਾ ਤੂੰਬਾ ਮਾਰਾਂਗਾ, ਭੱਜ ਜਾ ਲੋਟਾ ਮਾਰਾਂਗਾ। ਚੇਲਾ ਕਹਿਣ ਲੱਗਿਆ, ਬਸ ਨਾਮ ਦੇਤਾ, ਇਹ ਤਾਂ ਮੈਨੂੰ ਉਪਦੇਸ਼ ਦਿੱਤਾ। ਜਿਉਂ ਲੱਗਾ ਜਾਪ ਕਰਨ, ਪਰਮੇਸ਼ਰ ਦਾ ਸਖਿਆਤਤਾ ਹੋ ਗਈ, ਪ੍ਰਾਪਤੀ ਹੋ ਗਈ। ਦੂਸਰੇ ਚੇਲੇ ਰੁੱਸ ਗਏ, ਕਹਿੰਦੇ ਇਸ ਨੂੰ ਕਿਹੜਾ ਜਾਪ ਦਿੱਤਾ ਹੈ? ਰਾਮਾਨੰਦ ਜੀ ਕਹਿੰਦੇ, ਆਪ ਜੀ ਪੁੱਛ ਲਓ ਕਿ ਮੈਂ ਤਾਂ ਕੀ ਮੰਤਰ ਦਿੱਤਾ ਹੈ। ਪੁੱਛਣ ਲੱਗੇ ਕਿ ਤੈਨੂੰ ਰਾਮਾਨੰਦ ਜੀ ਨੇ ਕੀ ਮੰਤਰ ਦਿੱਤਾ ਹੈ? ਕਹਿੰਦਾ, ਭੱਜ ਜਾ ਤੂੰਬਾ ਮਾਰਾਂਗਾ, ਭੱਜ ਜਾ ਲੋਟਾ ਮਾਰਾਂਗਾ। ਇਹ ਕਿਹਾ ਦੇ ਅਭਿਮਾਨ ਵੱਲੋਂ ਭੱਜ ਜਾ, ਜੇ ਦੇ ਅਭਿਮਾਨ ਵਿੱਚ ਲੁੱਟਿਆ ਗਿਆ ਤਾਂ ਮਾਰਿਆ ਜਾਏਗਾ। ਇਹ ਅਰਥ ਕਹਿੰਦੇ ਮੈਨੂੰ ਦੱਸਿਆ ਹੈ। ਇਸੇ ਪ੍ਰਕਾਰ ਜਿਵੇਂ ਭਗਤ ਪ੍ਰੇਮ ਵਿੱਚ ਬੋਲਦੇ ਹਨ, ਉਹ ਉਸੇ ਤਰ੍ਹਾਂ
ਸੋਭ ਨੀਕ ਹੁੰਦੇ ਹਨ। ਨਾਨਕ ਹਰ ਆਪੇ ਜਾਣਦਾ, ਜਿਨ ਲਾਈ ਪ੍ਰੀਤ ਪਿਰਾਮ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਸ ਪਿਆਰੇ ਹਰੀ ਨੇ ਉਹਨਾਂ ਦੇ ਅੰਦਰ ਪ੍ਰੀਤੀ ਲਾਉਣਾ ਕੀਤੀ ਹੈ, ਉਹ ਪਰਮੇਸ਼ਰ ਆਪ ਹੀ ਉਹਨਾਂ ਦੇ ਪ੍ਰੇਮ ਨੂੰ ਜਾਣਦਾ ਹੈ। ਪੌੜੀ ਤੂੰ ਕਰਤਾ ਆਪ ਅਭੁੱਲ ਹੈ, ਭੁੱਲਣ ਵਿੱਚ ਨਾਹੀ। ਹੇ ਕਰਤਾ ਪੁਰਖ, ਤੂੰ ਆਪ ਭੁੱਲਣ ਤੋਂ ਰਹਿਤ ਹੈ, ਭੁੱਲਣ ਵਿੱਚ ਨਹੀਂ ਆਉਣ ਵਾਲਾ। ਤੂੰ ਕਰਹਿ ਸੋ ਸੱਚੇ ਭਲਾ ਹੈ। ਹੇ ਸੱਚੇ ਪਾਤਸ਼ਾਹ ਜੀ, ਜੋ ਤੂੰ ਕਰਦਾ ਹੈ ਉਹ ਚੰਗਾ ਹੀ ਹੁੰਦਾ ਹੈ। ਗੁਰ ਸ਼ਬਦ ਬੁਝਾਈ, ਇਹ ਗੁਰਾਂ ਨੇ ਉਪਦੇਸ਼ ਦੁਆਰਾ, ਸ਼ਬਦ ਦੁਆਰਾ ਗੱਲ ਸਮਝਾਉਣਾ ਕੀਤੀ ਹੈ। ਤੂੰ ਕਰਨ ਕਾਰਨ ਸਮਰੱਥ ਹੈ, ਦੂਜਾ ਕੋ ਨਾਹੀ। ਹੇ ਪਰਮੇਸ਼ਰ, ਤੂੰ ਸਾਰਿਆਂ ਕਾਰਜਾਂ ਦੇ ਕਾਰਨ ਨੂੰ ਸਮਰੱਥ ਹੈ। ਤੇਰੇ ਜੈਸਾ ਦੂਸਰਾ ਹੋਰ ਕੋਈ ਨਹੀਂ ਹੈ। ਤੂੰ ਹੀ ਸਰਬ ਕਲਾ ਸਮਰੱਥ ਹੈ। ਤੂੰ ਸਹਿਬ ਅਗੰਮ ਅਦਿਆਲ ਹੈ, ਸਭ ਤੁਧ ਧਿਆਈ। ਤੂੰ ਸਾਰਿਆਂ ਦਾ ਸਾਹਿਬ ਮਾਲਕ, ਅਗਮ ਮਨ ਦੀ ਹੰਗਤਾ ਤੋਂ ਪਰੇ, ਦਿਆਲ ਦਇਆ ਦਾ ਘਰ ਹੈ। ਸਾਰੀ ਸ੍ਰਿਸ਼ਟੀ ਇੱਕ ਚਿੱਤ ਹੋ ਕੇ ਤੈਨੂੰ ਧਿਆਉਂਦੀ ਹੈ। ਸਭ ਜੀ ਤੇਰੇ ਤੋਂ ਸਭ ਸਦਾ, ਤੂੰ ਸਭ ਛਡਾਈ। ਸਾਰੇ ਜੀਵ ਜੰਤ ਤੇਰੇ ਪੈਦਾ ਕੀਤੇ ਹੋਏ ਦਾਸ ਹਨ। ਤੂੰ ਹੀ ਸਾਰਿਆਂ ਦਾ ਮਾਲਕ ਹੈ ਅਤੇ ਤੂੰ ਹੀ ਸਭ ਭਗਤਾਂ ਨੂੰ ਬੰਧਨਾਂ ਤੋਂ ਮੁਕਤ ਭਾਵ ਛਡਾਉਣ ਵਾਲਾ ਹੈ। ਸਭ ਜੀ ਤੇਰੇ, ਤੂੰ ਸਭ ਸਦਾ, ਕਿ ਸਾਰੇ ਜੀਵ ਤੇਰੇ ਹੀ ਪੈਦਾ ਕੀਤੇ ਹੋਏ ਦਾਸ ਹਨ। ਤੂੰ ਹੀ ਸਭ ਸਦਾ ਸਾਰਿਆਂ ਦਾ ਮਾਲਕ ਹੈ ਅਤੇ ਤੂੰ ਸਭ ਛਡਾਈ। ਤੂੰ ਹੀ ਸਭ ਭਗਤਾਂ ਨੂੰ ਬੰਧਨਾਂ ਤੋਂ ਛਡਾਉਣ ਵਾਲਾ ਹੈ। ਮਹਾਰਾਜ ਜੀ ਨੇ ਬੜੇ ਹੀ ਵਿਸਤਾਰ ਦੇ ਨਾਲ ਗੁਰਬਾਣੀ ਦੁਆਰਾ ਸਮਝਾਉਣਾ ਕੀਤਾ ਹੈ। ਗੁਰਬਾਣੀ ਪੜ੍ਹਦਿਆਂ ਤੋਂ, ਵਿਚਾਰਾਂ ਕਰਦਿਆਂ ਤੋਂ ਇੱਕ ਨਹੀਂ ਅਨੇਕਾਂ ਹੀ ਭੁੱਲਾਂ ਹੋ ਜਾਂਦੀਆਂ ਹਨ। ਗੁਰੂ ਤੇ ਗੁਰੂ ਦੀ ਸੰਗਤ ਬਖਸ਼ਣਹਾਰ ਹਨ। ਹੋਈਆਂ ਭੁੱਲਾਂ ਦੀ ਖਿਮਾ ਆਓ। 6 ਪੌੜੀਆਂ ਆਨੰਦ ਸਾਹਿਬ ਦਾ ਜਾਪ ਕਰਕੇ ਅਰਦਾਸ ਬੇਨਤੀ ਕਰੀਏ। ਮਹਾਰਾਜ ਕਿਰਪਾ ਕਰਨ, ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਹੋਵੇ, ਚੱਲਿਆ ਹੋਇਆ ਕਦਮ ਲੇਖੇ ਵਿੱਚ ਲਾਉਣ। ਗੁਰ